हर ध्यावै हर ध्यावै तुध जी से जन जुग में सुख वासी। महाराज कहने ने ਇਹ ਵਾਹਿਗੁਰੂ जी जो पुरुष आप ਨੂੰ ਧਿਆਉਂਦੇ ਨੇ ਨਾ, ਇਹ ਵਾਹਿਗੁਰੂ जी जो पुरुष आप ਨੂੰ ਧਿਆਉਂਦੇ ਨੇ ਨਾ, ਉਹ ਪੁਰਸ਼ ਕਲਯੁਗ ਚ ਸੁਖਪੂਰਵਕ ਵਸਦੇ ਆ। ਜੋ ਆਪ ਜੀ ਨੂੰ ਪਿੱਛੇ ਧਿਆਉਂਦੇ ਸੀ ਉਹ ਵੀ ਸੁਖੀ ਵਸੇ, ਹੁਣ ਵੀ ਸੁਖੀ ਵਸਦੇ ਆ, ਅੱਗੇ ਨੂੰ ਵੀ ਸੁਖੀ ਵਸਣਗੇ। ਪਰ ਧਿਆਉਣ ਦਾ ਤਰੀਕਾ ਕੀ ਹੈ ਜੀ? ਕਹਿੰਦੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧਿਆਉਣਾ ਹੈ। ਇਉਂ ਨਹੀਂ ਕਿ ਉੱਪਰੋਂ ਉੱਪਰੋਂ ਧਿਆਉਣਾ। ਸੁਖ ਨਾਲ ਵਸਦਾ ਉਹ ਪੁਰਸ਼। ਕਹਿੰਦੇ ਜੀ ਸਾਰੇ ਯੁੱਗਾਂ 'ਚ ਹੀ, ਕਿਉਂਕਿ ਵਾਹਿਗੁਰੂ ਵੀ ਸਾਰੇ ਯੁੱਗਾਂ 'ਚ ਹੈ ਤੇ ਜੀਵ ਵੀ ਸਾਰੇ ਯੁੱਗਾਂ 'ਚ ਹੀ ਹੋਏ ਨੇ। ਇਸ ਕਰਕੇ ਜਿਹੜੇ ਯੁੱਗ 'ਚ ਜਿਹੜੇ ਜੀਵ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਉਸੇ ਯੁੱਗ ਵਿੱਚ ਵਾਹਿਗੁਰੂ ਨੇ ਉਹਨੂੰ ਸੁਖੀ ਰੱਖਿਆ। ਇਹ ਬਸ ਥੋੜ੍ਹਾ ਜਿਹਾ ਫਰਕ ਹੁੰਦਾ। ਆਮ ਬੰਦੇ ਕਹਿੰਦੇ ਅਸੀਂ ਤਾਂ ਪਾਠ ਬੜਾ ਕਰਦੇ ਹਾਂ, ਤਾਂ ਬੜਾ ਕਰਦੇ ਹਾਂ, ਅਸੀਂ ਤਾਂ ਆਪ, ਕਈ ਕਹਿੰਦੇ ਅਸੀਂ ਦੁਖੀ ਬੜੇ ਹਾਂ। ਨੁਕਸ ਹੈ ਵਿੱਚ ਕੋਈ, ਉਹ ਫਾਲਟ ਫੜਨਾ ਪੈਂਦਾ ਕਿ ਕੀ ਨੁਕਸ ਹੈ ਵੀ ਇੰਨਾ ਪਾਠ ਵੀ ਕੀਤਾ, ਇੰਨਾ ਆ ਵੀ ਕੀਤਾ, ਫੇਰ ਵੀ ਬਹੁਤ ਕੁਝ ਦੇਖਣਾ ਪੈਂਦਾ ਵੀ ਕਿੱਥੇ ਇੱਕ ਨੁਕਸ ਪਿਆ ਹੋਇਆ ਇਹਦੇ 'ਚ। ਕਈ ਐਸੀਆਂ ਗਲਤੀਆਂ ਹੁੰਦੀਆਂ ਜਿਹੜੀਆਂ ਕਦੇ ਆਪਾਂ ਸੋਚ ਵੀ ਨਹੀਂ ਸਕਦੇ, ਪਤਾ ਵੀ ਨਹੀਂ ਹੁੰਦਾ ਵੀ ਆਹ ਗਲਤੀ ਕਰ ਰਹੇ ਹਾਂ ਅਸੀਂ ਭਾਰੀ। ਇਸ ਕਰਕੇ ਉਹ ਗਲਤੀ ਕਰਦਿਆਂ ਕਰਦਿਆਂ ਇਨਸਾਨ ਪਾਠ ਵੀ ਕਰੀ ਜਾਂਦਾ, ਗਲਤੀ ਵੀ ਕਰੀ ਜਾਂਦਾ, ਪਰ ਉਹ ਖੁਦ ਨਹੀਂ ਪਤਾ ਲੱਗਦਾ ਕਿ ਗਲਤੀ ਮੈਂ ਕਰ ਕੀ ਰਿਹਾ। ਇੱਕ ਧਿਆਨ ਰੱਖਣਾ ਵੀ ਗੁਰਬਾਣੀ ਨੂੰ ਕਦੇ ਇਹ ਦੋਸ਼ ਨਹੀਂ ਦੇਣਾ, ਗੁਰਾਂ ਨੂੰ ਦੋਸ਼ ਨਹੀਂ ਦੇਣਾ। ਅੱਧਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ। ਕਿਉਂਕਿ ਨੁਕਸ ਆਪਣੇ 'ਚ ਹੀ ਹੁੰਦਾ, ਹਮੇਸ਼ਾ ਨੁਕਸ ਆਪਣੇ 'ਚ ਹੀ ਨਿਕਲਣਾ। ਪਰਮਾਤਮਾ 'ਚ ਕਦੇ ਨੁਕਸ ਨਹੀਂ, ਬਾਣੀ 'ਚ ਨਹੀਂ। ਪੁਰਾਣੇ ਸਿੱਖ ਕਿਵੇਂ ਤਰ ਜਾਂਦੇ ਸੀ, ਉਹਨਾਂ ਕੋਲ ਇੰਨਾ ਕੁਛ ਹੁੰਦਾ ਸੀ ਤੇ ਆਪਣੇ ਕੋਲ ਕੀ ਨਹੀਂ ਹੈਗਾ, ਹੈ ਤਾਂ ਸਾਰਾ ਕੁਛ। ਪਰ ਜਿਹੜੇ ਆਤਮਿਕ ਸੁੱਖ ਨੂੰ ਆਪਾਂ ਲੱਭਦੇ ਹੁਣ ਉਹ ਨਹੀਂ ਹੈ। ਆਤਮਿਕ ਸੁੱਖ ਨਹੀਂ ਹੈ ਆਪਣੇ ਪਾਸ। ਉਹਦੇ ਲਈ ਥੋੜਾ ਫਿਰ ਪਰਮਾਤਮਾ ਦੇ ਰਸਤੇ ਉੱਤੇ, ਸੱਚ ਦੇ ਰਾਹ ਤੇ ਤੁਰਨਾ ਪੈਂਦਾ। ਜੋ ਜੋ ਗੁਰਾਂ ਨੇ ਕਿਹਾ ਉਸੇ ਤਰੀਕੇ ਨਾਲ ਉਹਨੂੰ ਮੰਨਤਾ ਕਰਨੀ ਪੈਂਦੀ। ਜੋ ਜੋ ਮਹਾਰਾਜ ਨੇ ਕਿਹਾ, ਜਿਨ੍ਹਾਂ ਜਿਨ੍ਹਾਂ ਨੇ ਕਿਹਾ ਤੁਹਾਡਾ ਨਾਮ, ਉਹ ਸੁਖੀ ਵਸੇ ਨੇ ਤੇ ਮੁਕਤ ਹੋ ਗਏ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਜਿਨ੍ਹਾਂ ਨੇ ਵਾਹਿਗੁਰੂ ਜੀ ਆਪਦੇ ਨਾਮ ਨੂੰ ਧਿਆਇਆ ਨਾ, ਮੁਕਤ ਰੂਪ ਹੋ ਗਏ ਨੇ, ਮੁਕਤ ਰੂਪ ਹੋ ਗਏ ਨੇ। ਉਹ ਪਿੱਛੇ ਵੀ ਅੱਗੇ ਵੀ ਸਾਰੇ ਹੁਣ ਵੀ ਮੁਕਤ ਹੋ ਜਾਂਦੇ ਨੇ। ਉਹ ਤਿੰਨ ਟੂਟੀ ਜਮ ਕੀ ਫਾਸੀ। ਮੁਕਤ ਕਿਵੇਂ ਹੋਏ? ਕਹਿੰਦੇ ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਟੁੱਟ ਗਈ। ਫਾਹੀ ਜੇ ਆਪਾਂ ਕਹੀਂ ਜਮਦੂਤ ਮੌਕੇ ਤੇ ਆ ਕੇ ਪਾਉਂਦੇ ਤਾਂ ਪਹਿਲਾਂ ਪਾਈ ਹੋਈ ਆ ਉਹਨਾਂ ਨੇ। ਬਸ ਮਾੜੀ ਜਿਹੀ ਰੱਸੀ ਖਿੱਚਣੀ ਹੈ, ਕੜਾਕੇ ਕਰਨਾ, ਜਿਹੜੀ ਹੋ ਜਾਣਾ ਕੰਮ। ਜੇ ਆਪਾਂ ਕਹੀਏ ਉਹ ਫਾਹੀ ਦਿਖਦੀ ਨਹੀਂ, ਉਹ ਦਿਖਦੀ ਨਹੀਂ ਹੁੰਦੀ, ਪਾਈ ਪਹਿਲਾਂ ਦੀ ਹੈ। ਪਰ ਬਾਣੀ ਪੜ੍ਹਦੇ ਆ, ਜਿਉਂ ਜਿਉਂ ਪੜ੍ਹੀ ਜਾਂਦੇ ਆ, ਅਵਸਥਾ ਬਣੀ ਜਾਂਦੀ ਆ, ਉਹ ਆਪਣੀ ਫਾਹੀ ਲਾ ਕੇ ਲੈ ਜਾਂਦੇ ਨੇ ਵੀ ਇਹਨੂੰ ਛੱਡੋ, ਹੁਣ ਇੱਥੇ ਨਹੀਂ ਦਾਲ ਗਲਣੀ ਸਾਡੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਨਾ ਤੂਣਾ ਛੁਟੈ ਨਿਕ ਨਾ ਜਾਈਓ ਦੂਤ। ਇੱਥੇ ਨਹੀਂ ਨੇੜੇ ਜਾਣਾ ਬਈ। ਉੱਥੋਂ ਸਭ ਸਮਾਨ ਚੁੱਕ ਕੇ ਦੌੜ ਜਾਂਦੇ ਨੇ। ਕਿਉਂ? ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਡੇਰਾ ਅਗਿਆਨ ਨੂੰ ਕਹਿੰਦੇ। ਭੱਜ ਗਏ ਉਹ ਤਾਂ ਸਾਰੇ, ਉੱਥੋਂ ਡੇਰਾ ਹੀ ਚੁੱਕ ਕੇ ਲੈ ਗਏ ਆਪਣਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਵਾਹਿਗੁਰੂ ਨੂੰ ਧਿਆਇਆ, ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹ ਨਿਰਭਉ ਅੱਖਰ ਆ ਗਿਆ ਤਾਂ ਇੱਕ ਇਸ਼ਾਰਾ ਆ ਗਿਆ ਇੱਥੇ। ਨਿਰਭਉ ਅੱਖਰ ਵਿੱਚ ਸਾਰਾ ਮੂਲ ਮੰਤਰ ਹੀ ਆ ਜਾਣਾ। ਜਿਨ੍ਹਾਂ ਨੇ ਨਿਰਭਉ ਵਾਹਿਗੁਰੂ ਨੂੰ ਧਿਆਇਆ ਜੀ, ਕਹਿੰਦੇ ਉਹਨਾਂ ਦਾ ਸਾਰਾ ਹੀ ਡਰ ਦੂਰ ਕਰਤਾ। ਭਾਵੇਂ ਉਹ ਪਿੱਛੇ ਸੀ, ਹੁਣ ਅੱਗੇ ਸਭ ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਧਿਆਇਆ, ਉਹਨਾਂ ਦਾ ਸਾਰਾ ਹੀ ਡਰ ਲਾ ਦਿੱਤਾ। ਨਿਰਭੈਤਾ ਪਦਵੀ ਦੇਤੀ ਉਹਨਾਂ ਨੂੰ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਮੇਰੇ ਵਾਹਿਗੁਰੂ ਨੂੰ ਸੇਵਿਆ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਨੂੰ ਸੇਵਿਆ, ਮਨ ਕਰਕੇ ਸੇਵਿਆ, ਮਨ ਕਰਕੇ ਅੰਦਰੇ ਅੰਦਰ ਸਿਮਰਨ ਕਰੀ ਗਿਆ, ਜ਼ੁਬਾਨ ਨਾਲ ਸਿਮਰਨ ਕਰੀ ਗਿਆ, ਸਰੀਰ ਕਰਕੇ ਸੇਵਾ ਕਰੀ ਗਿਆ। ਉਹ ਕੀ ਕਰਦੇ ਨੇ? ਹੌਲੀ ਹੌਲੀ ਸੇਵਾ ਕਰਦੇ ਕਰਦੇ ਉਹ ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਵਾਹਿਗੁਰੂ ਦਾ ਰੂਪ ਹੋ ਕੇ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਜਿਹਾ ਜਿਹਾ ਰੱਬ ਹੁੰਦਾ ਉਹ ਜਿਹੇ ਸੇਵਕ ਬਣ ਜਾਂਦੇ ਨੇ। ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਸਾਈਂ ਵਰਗਾ ਹੀ ਬਣ ਗਿਆ।
ਸਾਈਂ ਦੇ ਪਿਆਰੇ ਸਾਈਂ ਵਰਗੇ ਹੋ ਜਾਂਦੇ ਨੇ, ਰੱਬ ਰੂਪ ਹੋ ਜਾਂਦੇ ਨੇ। ਇੱਕੋ ਹੀ ਸੁਭਾਅ, ਇੱਕੋ ਹੀ ਸੋਚਣਾ, ਇੱਕੋ ਹੀ ਗੱਲਬਾਤ। ਸਾਈਂ ਜਿਹੜਾ ਹੈ ਪਿਆਰਿਆਂ ਦੇ ਕੋਲੇ ਹੀ ਵਸਣ ਲੱਗ ਜਾਂਦਾ, ਹਿਰਦੇ 'ਚ, ਬਾਹਰ। ਦੇਖਣ ਨੂੰ ਸਰੀਰ ਹੈ ਪਰ ਸਰੀਰ ਨਹੀਂ ਹੈ, ਸਾਈਂ ਹੀ ਹੈ। ਉਹ ਐਸਾ ਰੂਪ ਹੋ ਜਾਂਦੇ ਨੇ, ਕਿਉਂਕਿ ਉੱਥੇ ਜਿਹੜੀ ਹਉਂ ਸੀ ਉਹ ਵਿੱਚੋਂ ਦੂਰ ਹੋ ਗਈ। ਹਉਂ ਦੂਰ ਹੋਣ ਕਰਕੇ ਆਤਮਾ ਰੂਪੀ ਬੂੰਦ ਪਰਮਾਤਮਾ ਰੂਪੀ ਸਮੁੰਦਰ 'ਚ ਲੀਨ ਹੋਣ ਕਰਕੇ ਉੱਥੇ ਸਿਰਫ ਤੂੰ ਹੀ ਹੈ। ਇੱਕ ਦੇਖਣ ਮਾਤਰ ਹੈ ਕਿ ਸਰੀਰ ਹੈ, ਬ੍ਰਹਮ ਗਿਆਨ ਹੈ ਉੱਥੇ। ਤਾਂ ਮਹਾਰਾਜ ਜੀ ਕਹਿੰਦੇ ਤੇਰਾ ਰੂਪ ਹੋ ਗਏ ਨੇ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਪੁਰਸ਼ ਧਨ ਨੇ, ਉਹ ਪੁਰਸ਼ ਧਨ ਨੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਉਣਾ ਕੀਤਾ। ਕਹਿੰਦੇ ਧਨ ਹੈ ਉਹ ਪੁਰਸ਼, ਧਨ ਹੈ ਉਹ ਪੁਰਸ਼, ਧਨ ਹੈ। ਪ੍ਰਹਿਲਾਦ, ਧਰੂ ਕਦੋਂ ਦੇ ਹੋਏ ਵੇ ਨੇ, ਉਹਨਾਂ ਨੂੰ ਵੀ ਕਹਿੰਦੇ ਧਨ ਹੈ। 15 ਭਗਤ ਵੀ ਧਨ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ। ਇੱਥੋਂ ਤੱਕ ਵੀ ਆਉਣ ਵਾਲੇ ਸਮੇਂ ਵਿੱਚ ਵੀ ਜਿਨ੍ਹਾਂ ਨੇ ਜਪਣਾ ਉਹਨਾਂ ਨੂੰ ਪਹਿਲਾਂ ਹੀ ਕਹਿੰਦੇ ਤੁਸੀਂ ਵੀ ਧਨ ਹੋ ਜਿਨ੍ਹਾਂ ਨੇ ਜਪਣਾ। ਹਲੇ ਮੈਂ ਬਲਿਹਾਰ ਜਾਵਾਂ ਉਹਨਾਂ ਤੋਂ, ਬਲਿਹਾਰ ਜਾਵਾਂ ਉਹ ਰੱਬ ਦੇ ਪਿਆਰਿਆਂ ਤੋਂ ਜਿਹੜੇ ਨਾਮ ਜਪਦੇ ਨੇ। ਸਾਰੀ ਦੁਨੀਆ ਵਾਂਗੂ ਨਹੀਂ ਕਿ ਇੱਕੋ ਹੀ ਪਾਸੇ ਝੁਕ ਗਏ ਬਿਲਕੁਲ ਹੀ। ਨਾਮ ਜਪਣ ਵਿੱਚ ਜਿਨ੍ਹਾਂ ਨੇ ਚਿੱਤ ਜੋੜਿਆ ਹੈ ਆਪਣਾ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਪਏ ਨੇ। ਫਿਰ ਕਹਿੰਦੇ ਨੇ ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਪਏ ਨੇ, ਕੋਈ ਅੰਤ ਨਹੀਂ ਤੇਰੇ ਭੰਡਾਰਿਆਂ ਦਾ। ਭਗਤੀ ਜਿਹਨੂੰ ਜੀ ਕਰੇ ਕਿਣਕਾ ਮਾਤਰ ਦੇ ਦਿਓ ਉਹੀ ਰੱਜ ਜਾਂਦਾ। ਕਿਉਂਕਿ ਮਹਾਰਾਜ ਕਹਿੰਦੇ ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲ ਹੈ। ਸਾਰਿਆਂ ਨੂੰ ਨਹੀਂ ਮਿਲਦੀ। ਬਹੁਤ ਲੋਕ ਅੰਤ ਕਾਰਨ ਕੇਤੇ ਬਿਲ ਲਾਹੇ, ਬਿਲਕੜੀਆਂ ਲੈਂਦੇ ਫਿਰਦੇ ਨੇ, ਨਹੀਂ ਦਿੰਦਾ ਜਾ ਲਾਲਾ ਜੋਰ। ਕਿਉਂਕਿ ਤੂੰ ਹਉਮੈ ਕੀਤੀ, ਹੰਕਾਰ ਕੀਤਾ। ਮੇਰੀ ਬਣਾਈ ਦੁਨੀਆ ਨੂੰ ਤਾਂ ਸਮਝਦੇ ਕੱਖ ਵੀ ਨਹੀਂ ਹੈਗੇ, ਤਾਂ ਆਪਣੇ ਆਪ ਨੂੰ ਸਮਝਣਾ ਬਹੁਤ ਵੱਡਾ। ਫੇਰ ਵੀ ਨਾਰਾਜ਼ ਹੋ ਜਾਂਦੇ ਨੇ। ਕਹਿੰਦੇ ਭਗਤੀ ਕਾਹਦੀ ਕਰਨ ਲੱਗ ਗਿਆ, ਉਹੀ ਆਕਾਸ਼ ਤੇ ਚੜਿਆ ਬੈਠਾ, ਹਉਮੈ ਹੋ ਗਈ ਇੰਨੀ। ਇਸ ਕਰਕੇ ਭਗਤੀ ਕਰਨੀ ਆ ਤਾਂ ਨਿਮਰਤਾ 'ਚ ਆ, ਨੀਵੇਂ ਹੋਣਾ ਚਾਹੀਦਾ ਸੀ ਭਗਤੀ ਨਾਲ, ਨਾ ਕਿ ਉੱਚੇ। ਹੋਰ ਨਿਮਰਤਾ 'ਚ ਆਉਣਾ ਚਾਹੀਦਾ ਸੀ। ਸੋ ਕਹਿੰਦੇ ਨੇ ਜਿਨ੍ਹਾਂ ਨੇ ਪਿੱਛੇ ਭਗਤੀ ਕੀਤੀ ਆ ਉਹਨਾਂ ਦੇ ਭੰਡਾਰੇ ਭਰੇ ਪਏ ਨੇ, ਉਹਨਾਂ ਨੂੰ ਫਿਰ ਵੰਡਣ ਲਈ ਤੋਰ ਦਿੰਦਾ ਦੁਨੀਆ 'ਚ। ਜਿਨ੍ਹਾਂ ਕੋਲ ਭੰਡਾਰੇ ਭਰ ਗਏ ਨੇ ਉਹ ਬੇਅੰਤ ਭੰਡਾਰੇ ਵਾਲੇ ਨੂੰ ਕਹਿੰਦੇ ਜਾਓ ਸੰਸਾਰ 'ਚ ਪ੍ਰਚਾਰ ਕਰਕੇ ਆਓ, ਵੰਡਿਆਓ ਸਾਰੀ ਦੁਨੀਆ ਨੂੰ, ਕਰ ਦਿਓ ਭਲਾ ਸ੍ਰਿਸ਼ਟੀ ਦਾ। ਇਹ ਵੀ ਉਹਦੀ ਖੇਡ ਹੈ, ਬੜੀ ਇੰਨੀ ਬੇਅੰਤ ਖੇਡ ਹੈ ਪ੍ਰਮਾਤਮਾ ਦੀ। ਆਪਾਂ ਤਾਂ ਉਹੀ ਜਿਹੀ ਗੇਮ ਹੀ ਨਹੀਂ ਖੇਡ ਸਕਦੇ ਜਿਹੀ ਜੀ ਉਹ ਖੇਡਦਾ। ਬਹੁਤ ਡੂੰਘੀ ਖੇਡ ਹੈ ਪ੍ਰਮਾਤਮਾ ਦੀ। ਆਪਣੇ ਪਿਆਰਿਆਂ ਨੂੰ ਵਡਿਆਈ ਦੇਈ ਜਾਣਗੇ, ਕੰਮ ਆਪ ਕਰੀ ਜਾਣਗੇ, ਵਡਿਆਈ ਪਿਆਰਿਆਂ ਨੂੰ ਦੇ ਜਾਂਦੇ ਨੇ। ਇਸ ਕਰਕੇ ਕਹਿਣਾ ਪੈਂਦਾ ਵੀ ਇਹ ਮੈਂ ਨਹੀਂ ਜੀ, ਤਾਂ ਕੋਈ ਹੋਰ ਹੀ ਹੈ, ਉਹ ਤਾਂ ਉਹ ਆਪ ਹੀ ਕਰੀ ਜਾਂਦਾ। ਸਾਡਾ ਤਾਂ ਉਹਦੇ ਨਾਂ ਲਾ ਦਿੰਦਾ, ਜਿਹਨੂੰ ਵਡਿਆਈ ਦੇਣੀ ਹੈ ਉਹਦਾ ਨਾਂ ਲਾ। ਇਹਨੇ ਕੀਤਾ ਭਾਈ ਇਹ। ਤੇ ਜੇ ਕਿਸੇ ਦੇ ਮੱਥੇ ਤੇ ਕਲੰਕ ਲਾਉਣਾ, ਮਹਾਰਾਜ 10ਵੇਂ ਪਾਤਸ਼ਾਹ ਲਿਖਦੇ ਨੇ 24 ਅਵਤਾਰਾਂ ਦੇ ਸ਼ੁਰੂ 'ਚ, ਕਹਿੰਦੇ ਐਸਾ ਬੇਅੰਤ ਹੈ, ਆਪ ਹੀ ਉਹਦੇ 'ਚ ਬੈਠ ਕੇ ਉਹਦੇ ਤੋਂ ਪੁੱਠੀ ਗੱਲ ਕਰਵਾ ਕੇ, ਗਲਤੀ ਕਰਾ ਕੇ, ਕਲੰਕ ਲਵਾ ਕੇ ਆਪ ਪਾਸੇ ਹੋ ਜਾਂਦਾ। ਕਹਿੰਦੇ ਉਹ ਕਲੰਕੀ ਹੋ ਜਾਂਦਾ ਬੰਦਾ। ਜਿਹਨੂੰ ਵਡਿਆਈ ਦੇਣੀ ਆ ਉਹ 'ਚ ਬੈਠ ਕੇ ਚੰਗਾ ਕੰਮ ਕਰਕੇ ਉਹਨੂੰ ਵਡਿਆਈ ਦੇ ਦਿੰਦਾ। ਉਹ ਖੇਡਦਾ ਹੈ ਅਸਲ ਵਿੱਚ, ਇਹ ਉਹਦੀਆਂ ਖੇਡਾਂ ਨੇ, ਚੋਜ ਤਮਾਸ਼ੇ ਨੇ ਉਹਦੇ। ਦੱਸ ਉਹਦੇ ਮੂਹਰੇ ਤਾਂ ਨੀਵੇਂ ਹੋ ਕੇ ਹੱਥ ਜੋੜ ਕੇ ਬੈਠੇ ਰਹੋ, ਵਾਹਿਗੁਰੂ ਜੀ ਸਾਡੇ ਤੇ ਮਿਹਰ ਰੱਖਿਓ ਜੀ, ਗਲਤ ਕੰਮ ਨਾ ਕਰੀਏ, ਕੋਈ ਕਿਰਪਾ ਰੱਖਿਓ। ਜਿਹੜਾ ਡਰਦਾ ਗਲਤ ਕੰਮ ਕਰਨ ਤੋਂ, ਕਹਿੰਦਾ ਨਹੀਂ ਤੈਨੂੰ ਨਹੀਂ ਕੁਛ ਕਹਿੰਦਾ ਮੈਂ, ਤੂੰ ਡਰਦਾ, ਤੂੰ ਭੈ ਵਿੱਚ ਹੈ ਮੇਰੇ ਵਿੱਚ। ਇਹ ਤਾਂ ਜਿਹੜੇ ਬਹੁਤੇ ਨੀਡਰ ਜੇ ਬਣਦੇ ਆ ਨਾ, ਉਹਨਾਂ ਨੂੰ ਠੀਕ ਕਰਦਾ ਜਾ ਕੇ। ਫਿਰ ਜਿਹੜਾ ਕਹਿੰਦਾ ਮੈਂ ਹੀ ਆ, ਫਿਰ ਕਹਿੰਦੇ ਮੈਨੂੰ ਉਹ ਠੀਕ ਵੀ ਕਰਨੇ ਪੈਂਦੇ ਆ। ਇਸ ਕਰਕੇ ਜਿਹੜੇ ਉਹਦੇ ਬੱਚੇ ਬਣ ਕੇ ਉਹਦੇ ਨਾਲ ਜੁੜੇ ਰਹਿੰਦੇ ਨੇ, ਸਿਮਰਨ ਕਰਦੇ, ਸੇਵਾ ਕਰਦੇ ਨੇ, ਵਾਹਿਗੁਰੂ ਜੀ ਅਸੀਂ ਤਾਂ ਬਹੁਤ ਛੋਟੇ ਜਿਹੇ ਹਾਂ ਜੀ, ਕਿਰਮ ਹੈ ਤੁਹਾਡੇ। ਕਹਿੰਦੇ ਨਹੀਂ ਪੁੱਤ ਤੁਹਾਨੂੰ ਕੁਛ ਨਹੀਂ ਕਹਿੰਦਾ ਮੈਂ, ਤੁਸੀਂ ਤਾਂ ਮੇਰੇ ਭਗਤ ਹੋ, ਨਿਮਰਤਾ ਵਾਲੇ ਹੋ। ਇਹ ਤਾਂ ਜਿਹੜੇ ਹਉਮੈ ਸਹਿਤ ਹੋ ਜਾਂਦੇ, ਮੈਨੂੰ ਉਹਨਾਂ ਵਾਸਤੇ ਇਲਾਜ ਕਰਨਾ ਪੈਂਦਾ ਕਿ ਮੈਂ ਹਉਮੈ ਨੂੰ ਪਸੰਦ ਨਹੀਂ ਕਰਦਾ। ਸਤਿਗੁਰੂ ਹਉਮੈ ਨੂੰ ਪਸੰਦ ਨਹੀਂ ਕਰਦੇ, ਅਕਾਲ ਪੁਰਖ ਨਹੀਂ ਪਸੰਦ ਕਰਦੇ।
ਮਾੜੀ ਜੀ ਹਉਮੈ ਹੋਈ ਨਹੀਂ ਤੇ ਉੱਥੇ ਹੀ ਕੰਨ ਮਰੋੜਿਆ ਨੇ। ਭਗਤਾਂ ਦੇ ਵੀ ਕੰਨ ਮਰੋੜ ਦਿੰਦੇ ਆ, ਕਿਉਂ ਹਉਮੈ ਕੀਤੀ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਹਉਮੈ ਦਾ ਤਿਆਗ ਕਰਵਾਉਂਦਾ, ਮੇਰੇ ਵਿੱਚ ਲੀਨ ਹੋਣਾ ਤਾਂ ਹਉਮੈ ਨੂੰ ਛੱਡ ਕੇ ਹੋਣਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। हे ਵਾਹਿਗੁਰੂ ਜੀ, ਤੇਰੇ ਭਗਤ ਆਪ ਜੀ ਨੂੰ ਸਲਾਹੁੰਦੇ ਨੇ, ਤੇਰੇ ਭਗਤ ਆਪ ਜੀ ਨੂੰ ਸਲਾਹੁੰਦੇ ਨੇ। ਤਿੰਨਾਂ ਕਾਲਾਂ ਵਿੱਚ, ਚਾਰਾਂ ਯੁੱਗਾਂ ਵਿੱਚ ਮਨ ਬਾਣੀ ਸਰੀਰ ਕਰਕੇ ਸਲਾਹੁੰਦੇ। ਤੁਹਾਡੇ ਭਗਤ ਜੋ ਹਨ, ਤੁਹਾਡੇ ਗੁਣਾਂ ਦੇ ਉਚਾਰਨ ਵਾਲੇ, ਉਹ ਭਗਤ ਆਪ ਜੀ ਨੂੰ ਸਲਾਹੁੰਦੇ ਨੇ। ਤੂੰ ਆਪ ਬੇਅੰਤ ਹੈ, ਤੇਰੇ ਗੁਣ ਵੀ ਅਨੇਕ ਨੇ, ਗੁਣਾਂ ਦੇ ਉਚਾਰਨ ਵਾਲੇ ਪੁਰਸ਼ ਵੀ ਅਨੇਕ ਨੇ। ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਬਹੁਤ ਪੂਜਾ ਕਰਦੇ ਨੇ। ਤੇਰੀ ਪੂਜਾ ਅਨੇਕਾਂ ਹੀ ਪੁਰਸ਼ ਕਰਦੇ ਨੇ, ਤੇਰੀ ਪੂਜਾ ਅਨੇਕਾਂ ਹੀ ਬੰਦੇ ਕਰਦੇ ਨੇ। ਪਿੱਛੇ ਵੀ ਤੇਰੀ ਪੂਜਾ ਬੜੇ ਰਿਸ਼ੀਆਂ ਮੁਨੀਆਂ ਨੇ ਕੀਤੀ ਹੋਣੀ ਆ, ਹੁਣ ਵੀ ਕਰੀ ਜਾਂਦੇ ਨੇ, ਅੱਗੇ ਨੂੰ ਵੀ ਕਰਨਗੇ। ਮਨ ਬਾਣੀ ਸਰੀਰ ਕਰਕੇ ਵੀ ਕਰਦੇ ਨੇ। ਇਸ ਕਰਕੇ ਅਨੇਕ ਪ੍ਰਕਾਰ ਦੀ ਪੂਜਾ ਤੁਹਾਡੀ ਲੋਕ ਕਰ ਕਰਕੇ ਉਸਤਤੀਆਂ ਕਰੀ ਜਾਂਦੇ ਨੇ। ਕਈ ਤਪ ਕਰੀ ਜਾਂਦੇ ਨੇ ਤੇਰੀ ਪ੍ਰਾਪਤੀ ਲਈ। ਤਪ ਹੈ ਜਪ ਹੈ ਬੇਅੰਤਾ। ਬੇਅੰਤੀ ਪੁਰਸ਼ ਤਪ ਨੂੰ ਕਰਦੇ ਨੇ, ਗੁਣਾਂ ਨੂੰ ਜਪਦੇ ਨੇ, ਇਸ ਕਰਕੇ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਕੋਈ ਕੁਛ ਪੜ੍ਹਦਾ, ਕੋਈ ਕੁਛ ਕਰਦਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ। हे ਮਹਾਰਾਜ ਜੀ, ਸਿਮਰਤੀਆਂ ਪੜ੍ਹਦੇ ਕੋਈ 27 ਸਿਮਰਤੀਆਂ, 6 ਸ਼ਾਸਤਰ ਗ੍ਰੰਥ ਪੜ੍ਹਦੇ ਨੇ। ਉਹ ਵੀ ਬਥੇਰੇ ਬੰਦੇ ਨੇ ਜਿਹੜੇ ਪੜ੍ਹੀ ਜਾਂਦੇ ਨੇ ਤੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਕਰ ਕਿਰਿਆ ਖਟ ਕਰਮ ਕਰੰਤਾ। ਉਹ ਕਰੰਤਾ ਹੋ ਕੇ 6 ਪ੍ਰਕਾਰ ਦੇ ਕਰਮਾਂ ਦੀ ਕਿਰਿਆ ਨੂੰ ਕਰਦੇ ਨੇ। ਸੰਧਿਆ ਸਮੇਂ ਕਰਮ ਕਰਨਾ। ਸੰਧਿਆ ਹੁੰਦੀ 2 ਟਾਈਮਾਂ ਦਾ ਮਿਲਾਪ, ਜਿਵੇਂ 2 ਪਹਿਰਾਂ ਦਾ। ਹੁਣ ਜਿਵੇਂ ਸੰਧਿਆ ਵੇਲਾ ਚੱਲ ਰਿਹਾ ਇਸ ਵਕਤ, ਇਹ ਵੀ ਸੰਧਿਆ, 2 ਸਮਿਆਂ ਦਾ ਮਿਲਾਪ, ਰਾਤ ਅਤੇ ਦਿਨ ਦਾ। ਦੁਪਹਿਰ ਦੇ ਸਮੇਂ ਵੀ ਸੰਧਿਆ ਹੁੰਦੀ, ਜਦੋਂ 2 ਪਹਿਰ ਹੁੰਦਾ 12 ਵਜੇ। ਰਹਿ ਰਾਸ ਵੇਲਾ ਵੀ ਸੰਧਿਆ ਸਮਾਂ। ਕਹਿੰਦੇ ਸੰਧਿਆ ਸਮਾਂ ਸੰਭਾਲ ਲੈਣਾ, ਇਸ਼ਨਾਨ ਕਰਨਾ, ਜਪ ਕਰਨਾ, ਹੋਮ ਕਰਨਾ, ਆਏ ਗਏ ਤਿਥੀ ਦੀ ਸੇਵਾ ਕਰਨੀ, ਦੇਵ ਚਰਚਾ ਕਰਨੀ, ਇਹ ਗੁਣਾਂ 'ਚ ਹੋਣਾ। ਵਿਦਿਆ ਲੈਣੀ, ਵਿਦਿਆ ਦੇਣੀ, ਜਗ ਕਰਨਾ, ਜਗ ਕਰਾਉਣਾ, ਦਾਨ ਦੇਣਾ, ਦਾਨ ਲੈਣਾ, ਵੇਦ ਅਭਿਆਸ ਕਰਨਾ, ਤਪ ਕਰਨਾ, ਗਿਆਨ ਦੀ ਗੱਲ ਕਰਨੀ, ਇੰਦਰੇ ਜਿੱਤ ਹੋਣਾ, ਹਿੰਸਾ ਨਾ ਕਰਨੀ, ਗੁਰੂ ਸੇਵਾ ਕਰਨੀ, ਇਤਿਆਦਿ ਕੇ 6 ਗੁਣ ਕਥਨ ਕੀਤੇ ਨੇ। ਇਹ 3 ਤਰ੍ਹਾਂ ਨਾਲ 6 ਗੁਣ ਕਥਨ ਕੀਤੇ ਨੇ। ਕਰ ਕਿਰਿਆ ਖਟ ਕਰਮ ਕਰੰਤਾ। ਖਟ ਦਾ ਮਤਲਬ 6। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਹੁਣ ਮਹਾਰਾਜ ਕਥਨ ਕਰਦੇ ਉਹ ਭਗਤ ਭਲੇ ਨੇ, ਉਹ ਭਗਤ ਭਲੇ ਨੇ। ਕਹਿੰਦੇ ਉਹ ਭਗਤ ਭਗਤੀ ਦੇ ਕਰਨ ਵਾਲੇ 3 ਲੋਕਾਂ ਵਿੱਚ ਭਲੇ ਨੇ, ਜੋ ਮੇਰੇ ਹਰੀ ਪਰਮੇਸ਼ਰ ਦੀ ਭਗਤੀ ਨੂੰ ਕਰਦੇ ਨੇ, ਜੋ ਮੇਰੇ ਹਰੀ ਭਗਵੰਤ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਨਿਰਣਾ ਤਾਂ ਇਹ ਕੀਤਾ ਵੀ ਲੋਕ ਕਰਦੇ ਤਾਂ ਬਹੁਤ ਕੁਛ ਨੇ, ਪੂਜਾ ਕਰਦੇ ਨੇ, ਤਪ ਕਰਦੇ ਨੇ, ਸ਼ਾਸਤਰ ਸਿਮਰਤੀਆਂ ਪੜ੍ਹਦੇ ਨੇ, ਖਟ ਕਰਮ ਕਰਦੇ ਨੇ, ਪਰ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਪਰ ਭਾਉਂਦੇ ਨੇ ਜਿਹੜੇ ਤੁਹਾਨੂੰ ਅਸਲ ਵਿੱਚ ਚੰਗੇ ਉਹੀ ਨੇ ਜਿਹੜੇ ਤੁਹਾਡੇ ਗੁਣ ਗਾਉਂਦੇ ਨੇ। ਲੱਕੜਾਂ ਬਾਲ ਕੇ ਵਿਚਾਲੇ ਬਹਿਣਾ, ਪਾਣੀ 'ਚ ਖੜਨਾ, ਪੁੱਠੇ ਲਮਕਣਾ, ਹੋਰ ਕਈ ਤਰ੍ਹਾਂ ਦੀ ਪੂਜਾ ਕਰੀ ਜਾਣੀ, ਉਹ ਤੁਹਾਨੂੰ ਹਲੇ ਇੰਨੀ ਨਹੀਂ ਚੰਗੀ ਲੱਗਦੀ। ਤੁਹਾਨੂੰ ਚੰਗੀ ਲੱਗਦੀ ਭਗਤੀ। ਜੇ ਕੋਈ ਭਗਤੀ ਕਰੇ ਤਾਂ ਤੁਸੀਂ ਬਹੁਤ ਖੁਸ਼ ਹੁੰਦੇ ਹੋ। ਦੂਜੀਆਂ ਚੀਜ਼ਾਂ ਸਾਲ ਲੋਕ ਕਰਦੇ ਰਹਿੰਦੇ ਨੇ, ਪਰ ਭਗਤੀ ਕੋਈ 5 ਮਿੰਟ ਵੀ ਕਰੇ ਕਹਿਣਗੇ ਇਹ ਬੰਦਾ ਚੰਗਾ ਹੈ, ਭਗਤੀ ਕਰਦਾ। ਇਸ ਕਰਕੇ ਤੁਹਾਨੂੰ ਤੁਹਾਡੇ ਭਗਤ ਭਾਉਂਦੇ ਨੇ ਜੀ, ਚੰਗੇ ਲੱਗਦੇ ਨੇ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵੜੇ ਅਵਰ ਨਾ ਕੋਈ। ਇਹ ਮਹਾਰਾਜ ਸੱਚੇ ਪਾਤਸ਼ਾਹ, ਤੂੰ ਸਾਰੇ ਪੁਰਖਾਂ ਦੀ ਆਦਿ ਰੂਪ ਹੈ। ਆਦਿ ਰੂਪ ਹੈ ਤੂੰ, ਕਿਸੇ ਨੂੰ ਤੇਰਾ ਪਤਾ ਨਹੀਂ ਕਦੋਂ ਕਦਾ ਹੈ ਤੂੰ। ਸੰਸਾਰ ਤੋਂ ਪਰਾ ਰੂਪ ਹੈ, ਅਪਰੰਪਰ। ਅਪਰ ਸੰਸਾਰ ਤੋਂ ਪਰਾ ਰੂਪ, ਪਰੇ ਤੋਂ ਪਰੇ ਹੈ। ਸਾਰਿਆਂ ਦੇ ਕਰਤਾ ਤੋਂ ਭਾਵ ਕਰਨ ਵਾਲਾ ਹੈ। ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੁਹਾਡੇ ਜਿੱਡਾ ਵੱਡਾ ਹੋਰ ਕੋਈ ਨਹੀਂ। ਜੇ ਵਿਚਾਰ ਕੇ ਦੇਖੀਏ
ਕੌਣ ਤੁਹਾਡੇ ਜਿੱਡਾ? ਧਰਤੀ ਤੇ ਆਪਾਂ ਕਿਹਨੂੰ ਕਹਾਂਗੇ ਬਈ ਫਲਾਨਾ ਬੰਦਾ ਬਹੁਤ ਵੱਡਾ? ਕਿੰਨਾ ਕੁ ਵੱਡਾ? ਭਾਵੇਂ ਸਾਰੀ ਧਰਤੀ ਤੇ ਰਾਜ ਕਰੇ, ਧਰਤੀ ਤਾਂ ਇੱਕ ਕਿਣਕਾ ਕਾ, ਬ੍ਰਹਿਮੰਡ ਦੇ ਤਾਰੇ ਇੰਨੇ ਵੱਡੇ ਨੇ ਕਿ ਧਰਤੀ ਉੱਥੇ ਗੇਂਦ ਵਾਂਗੂ ਲੱਗਦੀ, ਨਿੱਕੀ ਜੀ ਗੇਂਦ ਹੈ ਜੇ ਉਹਦੇ ਤੇ ਰੱਖ ਦਈਏ। ਐਡੇ ਧਰਤੀ ਨਾਲੋਂ ਅਰਬਾਂ ਖਰਬਾਂ ਗੁਣਾ ਜ਼ਿਆਦਾ ਵੱਡੇ ਤਾਰੇ ਪਰਮੇਸ਼ਰ ਦੇ ਨੇ ਉਹ। ਇਹ ਧਰਤੀ ਵੀ ਸਾਰੀ ਉਹਦੀ ਹੈ। ਬੰਦਾ ਸਮਝਦਾ ਮੇਰੀ ਹੈ। ਕਰੋੜਾਂ ਮੀਲ ਤੱਕ ਧਰਤੀ ਜੇ ਸਾਰੀ ਵੀ ਕਬਜ਼ੇ 'ਚ ਕਰ ਲਏ, ਸਰੀਰ ਛੱਡ ਜਾਂਦਾ, ਉੱਥੇ ਹੀ ਪਈ ਰਹਿੰਦੀ ਆ। ਕਈ ਆਏ ਆ ਕਬਜ਼ਾ ਕਰਨ ਵਾਲੇ, ਤੇ ਆਏ ਤੇ ਗਏ, ਆਏ ਤੇ ਗਏ। ਉਹੀ ਰੁਪਈਏ, ਉਹੀ ਮਾਇਆ ਤੁਰੀ ਆਉਂਦੀ ਆ ਪਿੱਛੋਂ, ਉਹੀ ਸੋਨਾ ਤੁਰਿਆ ਆਉਂਦਾ। ਕਈਆਂ ਨੇ ਪਾਇਆ, ਮਰ ਗਿਆ, ਫਿਰ ਅਗਲੇ ਨੇ ਪਾ ਲਿਆ, ਫਿਰ ਮਰ ਗਿਆ। ਇਹ ਯੁੱਗਾਂ ਤੋਂ ਤੁਰਿਆ ਆਉਂਦਾ। ਇਹ ਕਿਸੇ ਦਾ ਹੈ? ਕਿਸੇ ਦਾ ਵੀ ਨਹੀਂ ਹੈ। ਨਾ ਧਰਤੀ ਕਿਸੇ ਦੀ ਹੈ, ਨਾ ਸੋਨਾ ਚਾਂਦੀ ਕਿਸੇ ਦੇ ਹੈ, ਨਾ ਇਹ ਸਮੁੰਦਰ ਕਿਸੇ ਦਾ ਹੈ। ਇਹ ਤਾਂ ਵਾਹਿਗੁਰੂ ਦੇ ਹੈ। ਸਾਰਾ ਕੁਝ ਤਾਂ ਤੇਰਾ ਆਪਣਾ ਹੈ। ਇਸ ਕਰਕੇ ਇਹ ਵਾਹਿਗੁਰੂ ਸਭ ਕੁਝ ਤੇਰਾ ਹੀ ਹੈ। ਸਾਡਾ ਕੀ? ਮਹਾਰਾਜ ਕਹਿੰਦੇ ਤੇਰਾ ਵੀ ਹੈ। ਜੋ ਕੁਛ ਠਾਕੁਰ ਕਾ ਸੋ ਸੇਵਕ ਕਾ। ਤੂੰ ਮੇਰਾ ਸੇਵਕ ਬਣ ਜਾ। ਜੇ ਕਿਸੇ ਕੋਲ ਬਹੁਤ ਜਾਇਦਾਦ ਹੋਵੇ, ਕੋਈ ਕੰਗਲਾ ਫਿਰਦਾ ਬੰਦਾ, ਕੰਗਾਲ, ਉਹਨੂੰ ਆਪਣਾ ਪੁੱਤ ਬਣਾ ਲਵੇ, ਵੀ ਮੈਂ ਇਹਨੂੰ ਆਪਣਾ ਪੁੱਤ ਬਣਾ ਲਿਆ, ਅੱਜ ਤੋਂ ਸਾਰੀ ਜਾਇਦਾਦ ਪੁੱਤ ਦੀ ਹੋ ਗਈ, ਔਰ ਸਾਰੀ ਜਾਇਦਾਦ ਭਗਤਾਂ ਦੀ ਹੈ। ਕਬੀਰ ਧਰਤੀ ਸਾਧਕੀ, ਸਗਲੀ ਧਰਤੀ ਸਾਧਕੀ ਬਣਾ ਦਿੱਤੀ। ਕਹਿੰਦੇ ਮੈਂ ਆਪਣੇ ਖਾਲਸੇ ਨੂੰ ਸਾਰੀ ਧਰਤੀ ਦੇ ਦਿਆਂਗਾ। ਸ੍ਰੀ ਚਮਕੌਰ ਸਾਹਿਬ ਜੰਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ 40 ਸਿੰਘਾਂ ਦੇ ਸਾਹਮਣੇ ਬੜੇ ਵੀਰ ਰਸ 'ਚ ਖੜੇ, ਸਭ ਦੇ ਕੱਪੜੇ ਪਾਟੇ, ਖੂਨੋਂ ਖੂਨ, ਚੜ੍ਹਦੀ ਕਲਾ ਪਰ 40 ਬ੍ਰਹਮ ਗਿਆਨੀ। ਮਹਾਰਾਜ ਕਹਿਣ ਲੱਗੇ ਮੇਰੀ ਬੜੀ ਖੁਸ਼ੀ ਹੈ ਸਿੰਘੋ ਤੁਹਾਡੇ ਤੇ। ਜੇ ਤੁਸੀਂ ਕੋਈ ਚਾਹੁੰਦੇ ਹੋ ਕਿ ਅਸੀਂ ਜਿਉਣਾ, ਹਲੇ ਹੋਰ ਦੁਨੀਆ 'ਚ ਰਹਿਣਾ, ਮੇਰੀ ਬਹੁਤ ਖੁਸ਼ੀ ਹੈ। ਮੈਂ ਨਾਰਾਜ਼ ਨਹੀਂ। ਜਿਹਨੇ ਜਾਣਾ ਜਾਓ, ਭਾਵੇਂ ਚਲੇ ਜਾਓ। ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ। ਇੰਨੇ ਮਹੀਨੇ ਹੋ ਗਏ ਤੁਹਾਨੂੰ ਮੇਰੇ ਨਾਲ, ਤੁਸੀਂ ਵਿਦਾਵਾ ਨਹੀਂ ਦਿੱਤਾ। ਉਹ ਚਲੇ ਗਏ ਜਿਨ੍ਹਾਂ ਨੇ ਜਾਣਾ ਸੀ, ਉਹ ਵੀ ਮੇਰੇ ਪੁੱਤ ਨੇ। ਕੋਈ ਗੱਲ ਨਹੀਂ, ਹੌਲੀ ਹੌਲੀ ਉਹਨਾਂ ਵੀ ਮੋੜ ਲਿਆਵਾਂਗੇ। ਤੁਸੀਂ ਜਾਣਾ ਜਾਓ। 40 ਸਿੰਘ ਖੜੇ ਹੋ ਕੇ ਬੇਨਤੀ ਕਰਨ ਲੱਗੇ, ਮਹਾਰਾਜ ਇੱਕ ਪਰਨ ਕੀਤਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜੇ ਜਿਉਣਾ ਤਾਂ ਤੇਰੇ ਚਰਨਾਂ 'ਚ ਜਿਉਣਾ, ਜੇ ਮਰਨਾ ਤਾਂ ਤੇਰੇ ਚਰਨਾਂ 'ਚ ਮਰਨਾ। ਜਾਣਾ ਨਹੀਂ ਤੈਨੂੰ ਛੱਡ ਕੇ। ਸਾਡਾ ਤਾਂ ਹੋਰ ਕੋਈ ਵੀ ਨਹੀਂ, ਅਸੀਂ ਤਾਂ ਤੇਰੇ ਹਾਂ ਸੱਚੇ ਪਾਤਸ਼ਾਹ, ਤੂੰ ਸਾਡਾ। ਔਰ ਮਹਾਰਾਜ ਬਹੁਤ 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 ਖੁਸ਼ ਹੋਏ, ਅੱਖਾਂ 'ਚ ਹੋਰ ਚਮਕ ਆ ਗਈ। ਸ਼ਾਬਾਸ਼, ਤੁਹਾਡੇ ਤੇ ਮਾਣ ਹੈ ਮੈਨੂੰ ਖਾਲਸਾ। ਹੁਣ ਸੁਣ ਲਓ ਮੇਰੀ ਗੱਲ ਧਿਆਨ ਨਾਲ। ਤੁਹਾਨੂੰ 40 ਨੂੰ ਇੱਕ ਇੱਕ ਵਾਰ ਧਰਤੀ ਦਾ ਰਾਜ ਜ਼ਰੂਰ ਕਰਾਉਣਾ ਮੈਂ। ਫਿਰ ਹੱਥ ਜੋੜ ਲਏ ਸਿੰਘਾਂ ਨੇ, ਮਹਾਰਾਜ ਨਾ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਕਹਿੰਦੇ ਜੋ ਮਰਜ਼ੀ ਕਹਿ ਲੋ, ਕਰਾਉਣਾ। ਕਹਿੰਦੇ ਮਹਾਰਾਜ ਰਾਜ 'ਚ ਗਲਤੀਆਂ ਹੋ ਜਾਂਦੀਆਂ, ਰਹਿਣ ਦੋ, ਤਪੋਂ ਰਾਜ ਰਾਜੋ ਨਰਕ ਵੀ ਹੋ ਜਾਂਦਾ। ਕਹਿੰਦੇ ਨਹੀਂ, ਰਾਜ ਕਰਾਉ। ਗਲਤੀ ਹੋ ਗਈ ਤਾਂ ਵੀ ਵਿਧਾਤਾ ਦੀ ਲਿਖੀ ਨੂੰ ਮੇਟ ਕੇ ਸੱਚਖੰਡ ਲੈ ਜਾਉ। ਇੰਨੀ ਖੁਸ਼ੀ ਸੀ ਉਹਨਾਂ 40 ਸਿੰਘਾਂ ਦੇ ਉੱਤੇ। ਉਹ ਦਿਨ ਆਪਾਂ ਅੱਜ ਯਾਦ ਕਰੀਏ। ਅੱਜ ਸ੍ਰੀ ਚਮਕੌਰ ਸਾਹਿਬ ਜੋੜ ਮੇਲਾ ਹੈ। ਅੱਜ ਉੱਥੇ ਧਿਆਨ ਕਰੀਏ, ਭਾਰੀ ਇਕੱਠ ਹੈ ਅੱਜ ਉੱਥੇ। ਕਦੇ ਵੀ ਇਹਨਾਂ ਦਿਨਾਂ 'ਚ ਮੌਕਾ ਮਿਲੇ ਜਾਣ ਦਾ, ਜ਼ਰੂਰ ਦਰਸ਼ਨ ਕਰੋ। ਸ੍ਰੀ ਚਮਕੌਰ ਸਾਹਿਬ ਦੀ ਗੜੀ 'ਚ ਕਿਵੇਂ ਜੰਗ ਹੋਇਆ, ਚਾਰੇ ਪਾਸੇ ਗੁਰੂ ਘਰ ਬਣੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਦੇ ਉੱਤੇ ਕਰਤਾ ਪੁਰਖ ਤੂੰ ਹੀ ਆ, ਪਰ ਤੇਰੇ ਸੇਵਕਾਂ ਦੇ ਉੱਤੇ ਵਿਸ਼ੇਸ਼ ਮਿਹਰ ਹੁੰਦੀ ਤੇਰੀ। ਲੋਕ ਇਹ ਨਾ ਕਹਿਣ ਕਿ ਆਪਣੇ ਪੁੱਤ ਬਚਾ ਲਏ। ਪਹਿਲਾਂ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਨੂੰ ਤੋਰਿਆ, ਅੱਖਾਂ ਦੇ ਸਾਹਮਣੇ ਸ਼ਹੀਦ ਹੋਏ, ਜਕਾਰੇ ਛੱਡ ਰਹੇ 5-5। ਮਹਾਰਾਜ ਕਹਿਣ ਲੱਗੇ ਜਿਸ ਕੀ ਬਸ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਕਹਿੰਦੇ ਮਹਾਰਾਜ ਤੁਸੀਂ ਜਕਾਰੇ ਛੱਡ ਰਹੇ ਹੋ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਕਹਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ ਅਮਾਨਤ ਮੈਂ ਦੇਤੀ ਅਕਾਲ ਪੁਰਖ ਨੂੰ। ਅੱਖਾਂ ਤੋਂ ਓਹਲੇ ਕੀ ਹੋ ਸਕਦਾ ਸੀ ਇਹ ਨਹੀਂ ਮੈਨੂੰ ਪਤਾ। ਮੇਰੇ ਹੁੰਦਿਆਂ ਚਲੇ ਗਏ, ਸ਼ਹੀਦ ਹੋ ਗਏ ਨੇ, ਗਏ ਕਿਤੇ ਨਹੀਂ, ਮੇਰੇ ਕੋਲ ਆ ਗਏ ਨੇ। ਸਰੀਰ ਕਰਕੇ ਠੀਕ ਆ, ਉਹ ਵਿਛੋੜਾ ਹੈ, ਪਰ ਆਤਮਿਕ ਤੌਰ ਤੇ ਮੇਰੇ ਵਿੱਚ ਲੀਨ ਹਨ। ਸ਼ਹੀਦ ਦੀ ਪਦਵੀ ਨੂੰ ਪ੍ਰਾਪਤੀ ਹੋ ਗਈ। ਇਹੀ ਮੈਂ ਚਾਹੁੰਦਾ ਸੀ।
जब आप की औध निदान बने अत ही रण में तब तब जूझ मरों। यही मंगिया सी अकाल पुरख तो। वाहिगुरु के चरणों के भेटा हो गई बड़ी सोहनी। वाहिगुरु प्रसन्न होए। क्यों सतगुरु महाराज सच्चे पातशाह ने दो साहिबजादे छोटे शहीद होए तां कोई अफसोस नहीं किया। उन्होंने अज सतगुरां नूं याद करते हैं, साहिबजादियां नूं याद करते हैं, शहीद सिंघां नूं याद करते हैं। इन्नी कुर्बानी जिन्हां ने कीती है उन्हां नूं भुला देना ही किरत घनता है साडी। उन्हां नूं याद करना ही उन्हां दे बच्चे बनना। उन्हां दी किरपा है साडे ते। उन्हां दी किरपा दा सदका दस्तार सिर ते है। केसां लई लड़े सी ओह ते साडे केस दाढ़ी साबत रखने है, सिर ते दस्तार रखनी है, पंज ककार रखने है। जे तुरकां नाल रल जांदे, तुरक कहते सी माड़े माड़े साडियां चीजां खा के साडे विच मिल जाओ, फिर तुहानूं असीं कुछ नहीं कहते। कहते सिੱਖੀ रखनी है, सिर जावे तां जावे मेरा सिੱਖੀ सिदक ना जावे। सिੱਖੀ रखण लई शहीद होए ने साडे लई, कुर्बानियां कीतियां उन्हां ने साडे लई। अज देखे सिख किदां दे होए बैठे आ। ਉਹ ਕੀ ਕਹਿੰਦੇ ਹੋਣੇ ਸਾਨੂੰ देख के, ਉਹ ਇਹਨਾਂ ਲਈ ਕੁਰਬਾਨੀਆਂ ਕਰਨੀਆਂ ਸੀ। ਜੇ ਸਾਨੂੰ ਪਤਾ ਹੁੰਦਾ ਵੀ ਇਹੋ ਜਿਹੇ ਨਿਕਲਣੇ ਇਹ ਕਰਦੇ ਹੀ ਨਾ ਕੁਰਬਾਨੀਆਂ ਤੁਹਾਡੇ ਲਈ, ਤਾਂ ਅਸੀਂ ਤਾਂ ਜਾਨ ਵਾਰਤੀ, ਸਾਰਾ ਕੁਝ ਵਾਰਤਾ, ਤੇ ਤੁਸੀਂ ਕਿਹੋ ਜਿਹੇ ਨਿਕਲ ਗਏ ਸਾਡੇ ਨਿਆਣੇ ਅੱਗੇ। ਇਸ ਕਰਕੇ ਉਹਨਾਂ ਨੂੰ ਤੜਫਾਓ ਨਾ, ਉਹਨਾਂ ਦੇ ਮਨ ਨੂੰ ਖੁਸ਼ ਕਰੋ, ਅੰਮ੍ਰਿਤ ਛਕੋ, ਰਹਿਤ ਰੱਖੋ, ਬਾਣੀ ਪੜ੍ਹੋ, ਗੁਰੂ ਸਾਹਿਬ ਦੀ ਸੇਵਾ ਕਰੋ, ਗੁਰਬਾਣੀ ਦੇ ਪ੍ਰਚਾਰ ਨੂੰ ਅੱਗੇ ਕਰੋ, ਗੁਰੂ ਘਰਾਂ ਦੀ ਸੇਵਾ ਕਰੀਏ। ਉਹਨਾਂ ਸ਼ਹੀਦਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਪੈਰਾਂ 'ਚ ਨਾ ਰੋਲੀਏ, ਉਹਨਾਂ ਨੂੰ ਯਾਦ ਕਰੀਏ ਬਈ ਤੁਸੀਂ ਕਿੰਨੀ ਕੁਰਬਾਨੀ ਕੀਤੀ ਸਾਡੇ ਵਾਸਤੇ। ਦਸਵੇਂ ਪਾਤਸ਼ਾਹ ਨੂੰ ਯਾਦ ਕਰੀਏ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਪਿੱਛੇ ਵੀ ਜੁਗਾਂ ਜੁਗਾਂ 'ਚ ਤੂੰ ਹੀ ਸੀ ਪ੍ਰਮਾਤਮਾ, ਹੁਣ ਵੀ ਸਦਾ ਸਦਾ ਇੱਕ ਤੂੰ ਹੀ ਹੈ। ਇਹ ਨਿਹਚਲ ਕਰਤੇ ਅੱਗੇ ਨੂੰ ਵੀ ਤੂੰ ਹੀ ਹੋਵੇਗਾ, ਕਿਉਂ ਸਾਰਿਆਂ ਯੁੱਗਾਂ ਵਿੱਚ ਤੁਸੀਂ ਜੁੜੇ ਹੋਏ ਹੋ, ਨਿਹਚਲ ਕਰਤੇ ਹੋ, ਹੋਰ ਤਾਂ ਕੋਈ ਹੈ ਨਹੀਂ। ਵੱਡੀਆਂ ਵਿਚਾਰਾਂ ਕਰੀਏ ਤਾਂ ਮਨ ਖੜ ਜਾਂਦਾ ਸਿੱਖੀ 'ਚ, ਤੇ ਛੋਟੀਆਂ ਛੋਟੀਆਂ ਗੱਲਾਂ ਸੋਚੀਏ ਫਿਰ ਮਨ ਸਿੱਖੀ ਦੇ ਵਿੱਚ ਖਲੋਂਦਾ ਨਹੀਂ। ਤੋਦੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਇਹ ਮਹਾਰਾਜ ਜੋ ਤੁਹਾਨੂੰ ਭਾਉਂਦਾ ਸੋਈ ਉਹ ਵਰਤਦਾ, ਜੋ ਤੂੰ ਆਪੇ ਕਰਦਾ ਉਹੀ ਕੁਝ ਹੁੰਦਾ। ਇਹ ਗੱਲ ਸਹੀ, ਨਿਰੰਕਾਰ ਜੀ ਨੇ ਕਰਨਾ। ਕਿੰਨਾ ਹੀ ਕੋਈ ਜ਼ੋਰ ਲਾ ਲੇ, ਕੁਛ ਕਰ ਲੇ, ਕੁਛ ਨਹੀਂ ਹੁੰਦਾ। ਤਾਈਓ ਚੌਥੇ ਪਾਤਸ਼ਾਹ ਕਹਿੰਦੇ ਨੇ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਹਾਡੀ ਖੇਡ ਨੂੰ ਕੋਈ ਜਾਣ ਨਹੀਂ ਸਕਿਆ। ਆਪਾਂ ਖਿੱਝ ਜਾਂਦੇ ਹਾਂ, ਤੜਫ ਜਾਂਦੇ ਹਾਂ, ਔਖੇ ਹੋ ਜਾਂਦੇ ਹਾਂ, ਰੱਬ ਪਤਾ ਨਹੀਂ ਕਦੋਂ ਕੀ ਕਰੂਗਾ, ਐ ਕਰੂਗਾ। ਸੋਚਣੀ ਹੈ, ਉਹਦੀ ਸੋਚਣੀ ਬਹੁਤ ਡੂੰਘੀ ਹੈ। ਬੜਾ ਵੱਡਾ ਦਿਮਾਗ ਦਾ ਸਿਰਾ ਹੀ ਆ ਉਹ। ਜਿਹੜੀ ਗੇਮ ਉਹ ਖੇਡਦਾ ਮਨੁੱਖ ਨੂੰ ਤਾਂ ਪਤਾ ਹੀ ਨਹੀਂ ਲੱਗਦੀ। ਮਨੁੱਖ ਨੂੰ ਨਹੀਂ ਪਤਾ ਲੱਗਦੀ ਕੀ ਖੇਡ ਖੇਡ ਰਿਹਾ ਉਹ। ਆਪਾਂ ਕਾਹਲੇ ਪੈਨੇ ਖਿੱਚਦੇ ਹਾਂ, ਨਹੀਂ। ਜੋ ਉਹ ਕਰ ਰਹੇ ਨੇ, ਹੁਣ ਵੀ ਕਰ ਰਹੇ ਨੇ, ਪਿੱਛੇ ਵੀ ਕੀਤਾ, ਅੱਗੇ ਨੂੰ ਵੀ ਕਰਨਗੇ, ਉਹਨਾਂ ਦਾ ਕੀਤਾ ਬਿਲਕੁਲ ਸਹੀ ਹੁੰਦਾ, ਸਾਡਾ ਸੋਚਿਆ ਫਿਰ ਗਲਤ ਹੋ ਜਾਂਦਾ। ਇਸ ਕਰਕੇ ਆਪਾਂ ਨੂੰ ਚਾਹੀਦਾ ਆਪਾਂ ਉਹਦੀ ਰਜਾ ਵਿੱਚ ਹੀ ਠੀਕ ਹੈ। ਹਾਂ ਜੀ ਠੀਕ ਹੈ, ਜੋ ਤੁਸੀਂ ਕਰਦੇ ਹੋ ਠੀਕ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ ਆ। ਤੁਸੀਂ ਚੰਗਾ ਹੀ ਕਰ ਰਹੇ ਹੋ, ਸਾਨੂੰ ਬਾਅਦ ਚ ਪਤਾ ਲੱਗਦਾ ਜਾ ਕੇ ਤੁਸੀਂ ਚੰਗਾ ਕਰ ਰਹੇ ਸੀ, ਅਸੀਂ ਐਵੇਂ ਨਿਆਣਿਆਂ ਨੂੰ ਰੌਲਾ ਪਾਉਂਦੇ ਸੀ। ਸਭ ਠੀਕ ਹੋ ਰਿਹਾ ਜੀ। ਕਹਿੰਦੇ ਮੈਂ ਤਾਂ ਠੀਕ ਹੀ ਕਰਦਾ। ਤੁਹਾਨੂੰ ਕੀ ਪਤਾ, ਤੁਸੀਂ ਹਲੇ ਨਿਆਣੇ ਹੋ, ਤੁਹਾਨੂੰ ਗੇਮ ਦਾ ਪਤਾ ਨਹੀਂ ਕਿਵੇਂ ਖੇਡੀ ਦੀ ਹੈ। ਜਿਹੜੀ ਗੇਮ ਕਹਿੰਦੇ ਮੈਂ ਖੇਡਦਾ ਨਾ, ਇਹਦਾ ਤਾਂ ਤੁਹਾਨੂੰ ਫੇਰ ਪਤਾ ਲੱਗਣਾ ਕੀ ਖੇਡਿਆ ਮੈਂ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਇਹ ਮਹਾਰਾਜ ਜੀ ਤੁਸਾਂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪ ਹੀ ਸਿਰਜ ਕੇ ਫਿਰ ਇਹਨੂੰ ਰਚ ਕੇ, ਫਿਰ ਗੋਈ ਦਾ ਅਰਥ ਹੈ ਬੁਲਾਈ, ਮਿਲਾਈ ਆਪ ਦੇ ਵਿੱਚ। ਅਰਬੀ ਦਾ ਅੱਖਰ ਹੈ ਗੋਈ, ਤਾਂ ਮਿਲਾ ਲਈ ਵਿੱਚ ਹੀ ਲੀਨ ਕਰ ਲੈਂਦੇ ਹੋ ਆਪਣੇ। ਪਰ ਕਹਿੰਦੇ ਅਸੀਂ ਕੀ ਕਰੀਏ ਫਿਰ? ਕਹਿੰਦੇ ਆਪਾਂ ਗੁਣ ਗਾਓ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਜੋ ਸਾਰਿਆਂ ਦੇ ਦਿਲ ਦੀ ਗੱਲਬਾਤ ਨੂੰ ਜਾਣ ਹੋਈ, ਜਾਣਨ ਵਾਲਾ ਨਾ। ਕਹਿੰਦੇ ਤੁਸੀਂ ਕੁਛ ਨਾ ਕਰੋ, ਬਸ ਜੇ ਕਰਨਾ ਤਾਂ ਪਾਠ ਕਰੋ, ਕਰਤੇ ਪੁਰਖ ਦੇ ਗੁਣ ਗਾਓ। ਜੇ ਕਰਨਾ 25 ਚੌਪਈ ਸਾਹਿਬ ਦੇ ਪਾਠ ਕਰੋ,
ਪੰਥ ਦੀ ਚੜ੍ਹਦੀ ਕਲਾ ਰੋਜ਼ ਕਰੋ, ਗੱਲਾਂ ਬਾਤਾਂ ਕਾਹਨੂੰ ਕਰਦੇ ਹੋ? 25 ਜਪਜੀ ਸਾਹਿਬ ਕਰੋ ਜੇ ਕਰਨੇ ਆ। ਗੱਲਾਂ 'ਚ ਤਾਂ ਕੁਝ ਨਹੀਂ ਮਿਲਣਾ ਹੈ। ਆਪਾਂ ਜੋ ਕਰਨਾ, ਆਪਾਂ ਕੀ ਕਰਨਾ? ਆਪਾਂ ਪਾਠ ਕਰਨਾ, ਮੂਲ ਮੰਤਰ ਦੀਆਂ ਵਾਲਾ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ, ਗੁਰ ਮੰਤਰ ਦਾ ਅਭਿਆਸ ਕਰੋ। ਕਹਿੰਦੇ ਤੁਹਾਨੂੰ ਮੈਂ ਇੰਨੀ ਵੱਡੀ ਸੇਵਾ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ, ਉਹ ਤਾਂ ਤੁਸੀਂ ਕਰਦੇ ਨਹੀਂ। ਅਸੀਂ ਕੀ ਕਰੀਏ ਜੀ? ਕਰਨਾ ਕੀ? ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ, ਗੁਰੂ ਘਰਾਂ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਬਾਣੀ ਪੜ੍ਹੋ, ਅੰਮ੍ਰਿਤ ਛਕੋ ਛਕਾਓ। ਆ ਪਨੀਰੀ ਸੰਭਾਲੋ ਨਿਆਣੇ ਦੀ ਅੱਗੇ ਜਿਹੜੀ ਹੈ, ਇਹ ਪਨੀਰੀ ਦੀ ਸੇਵਾ ਕਰੋ, ਇਹਨਾਂ ਨੂੰ ਸੰਭਾਲੋ, ਇਹ ਵਿਗੜਦੇ ਜਾਂਦੇ ਆ। ਕਿਉਂ? ਧਿਆਨ ਨਹੀਂ ਦੇਣਾ। ਜਦ ਇਹਨਾਂ ਵਿੱਚ ਧਿਆਨ ਦਈਏ ਤਾਂ ਇਹਨਾਂ ਨੂੰ ਸਮਝਾਈਏ ਤਾਂ ਨਿਆਣੇ ਕਹਿੰਦੇ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ, ਫਿਰ ਤਾਂ ਹੀ ਉਹ ਕਸੂਰ ਆਪਣਾ ਨਿਕਲਿਆ। ਅਸੀਂ ਤਾਂ ਕਦੇ ਦੱਸਦੇ ਨਹੀਂ ਇਹਨਾਂ ਨੂੰ ਕੁਛ। ਹੁਣ ਆ ਕਥਾ ਸੁਣ ਕੇ ਬਹੁਤ ਸੰਗਤ ਕਹਿੰਦੀ ਇਹ ਸਾਨੂੰ ਪਤਾ ਹੀ ਨਹੀਂ ਸੀ ਗੱਲਾਂ ਦਾ। ਕਿਉਂ? ਤੁਹਾਨੂੰ ਕਿਸੇ ਨੇ ਸੰਭਾਲਿਆ ਹੀ ਨਹੀਂ, ਕੇਅਰ ਨਹੀਂ ਕੀਤੀ ਤੁਹਾਡੀ। ਤੁਸੀਂ ਗੁਰੂ ਦੇ ਨਿਆਣੇ ਹੋ, ਭਾਵੇਂ ਕਿੰਨੀਆਂ ਹੀ ਉਮਰਾਂ ਹੋ ਗਈਆਂ, ਨਾ ਤਾਂ ਕਿਸੇ ਨੂੰ ਆਪ ਕੱਖ ਦਾ ਪਤਾ, ਨਾ ਦੱਸਦਾ, ਨਾ ਉਹ ਸਾਡੇ ਵਰਗੇ ਨੂੰ ਮੂਹਰੇ ਹੀ ਨਹੀਂ ਆਉਣ ਦਿੰਦੇ। ਅਗਲੇ ਕਹਿੰਦੇ ਤੂੰ ਨਹੀਂ ਮੂਹਰੇ ਆਉਣਾ, ਐਵੇਂ ਦੱਸੇਗਾ ਸਾਡਾ ਕੰਮ ਵੀ ਖਰਾਬ ਕਰੇਗਾ, ਸਾਡਾ ਰੋਟੀ ਪਾਣੀ ਬੰਦ ਹੋ ਜਾਂਦਾ। ਪਰ ਜੇ ਦੱਸਾਂਗੇ ਨਹੀਂ ਆਪਣੀ ਸੰਗਤ ਨੂੰ ਤਾਂ ਸੰਗਤ ਨੂੰ ਪਤਾ ਕਿੱਦਾਂ ਲੱਗੇਗਾ? ਜਿਹੜਾ ਇਹ ਸਾਰੀ ਕਥਾ ਸੁਣ ਗਿਆ ਉਹਨੂੰ ਨਹੀਂ ਕੋਈ ਬਦਲ ਸਕਦਾ। ਚਰਖੜੀ ਤੇ ਚੜ ਜਾਏਗਾ, ਬੰਦ ਕਟਵਾ ਲਏਗਾ, ਪਰ ਸਿੱਖੀ ਨਹੀਂ ਛੱਡਦਾ। ਜਿਹਨੂੰ ਸਿੱਖੀ ਦਾ ਗਿਆਨ ਨਹੀਂ ਉਹ ਸਿੱਖੀ ਨੂੰ ਛੱਡਦਾ। ਜਿਹਨੂੰ ਸਿੱਖੀ ਦਾ ਗਿਆਨ ਹੋ ਜਾਓ, ਉਹ ਐਡੀ ਚੀਜ਼, ਇਹ ਐਡੀ ਦਾਤ ਅਸੀਂ ਐਵੇਂ ਛੱਡੀ ਬੈਠੇ ਇਹਨੂੰ। ਦੁਨੀਆ ਵਿੱਚ ਸਿੱਖੀ ਨਾਲੋਂ ਵੱਡਾ ਕੁਛ ਵੀ ਨਹੀਂ। ਤਿੰਨੇ ਲੋਕ ਤੱਕੜੀ 'ਚ ਪਾ ਕੇ ਤੋਲ ਦਿਓ ਤੇ ਸਿੱਖੀ ਦੇ ਬਰਾਬਰ ਉਹ ਫੇਰ ਵੀ ਨਹੀਂ ਆਉਂਦੇ। ਏਡੀ ਵੱਡੀ ਮਹਾਰਾਜ ਨੇ ਸਿੱਖੀ ਦਿੱਤੀ, ਅਮੋਲਕ ਦਾਤ ਹੈ। ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਿੱਤੀ, ਕੀਰਤਨ ਕਥਾ, ਇਹ ਜਿੰਨਾ ਕੁਝ ਦਿੱਤਾ ਇਹ ਅਮੋਲਕ ਹੀ ਅਮੋਲਕ ਹੈ। ਪਰ ਇਹਨੂੰ ਸਮਝਦੇ ਹੀ ਕੋਈ ਨਹੀਂ। ਉਹ ਦੂਜੀਆਂ ਥਾਵਾਂ ਨੂੰ ਤੁਰੇ ਜਾਂਦੇ ਨੇ, ਉਹ ਵੱਡਾ, ਉੱਥੇ ਫਲਾਨਾ ਹੈ। ਕਿਸੇ ਨੇ ਸਿੱਖੀ ਦਾ ਪਤਾ ਦਿੱਤਾ ਨਹੀਂ, ਤੇ ਜੇ ਲੱਗ ਜੇ ਪਤਾ ਫੇਰ ਨਹੀਂ ਕੋਈ ਹਿਲਦਾ। ਇਸ ਕਰਕੇ ਬਹੁਤ ਉੱਚੀ ਦਾਤ ਜਿਹੜੀ ਦਿੱਤੀ ਮਹਾਰਾਜ ਨੇ ਗੁਰਸਿੱਖੀ ਦੀ, ਇਹਨੂੰ ਸੰਭਾਲੀਏ। ਜਿੰਨਾ ਕੁਛ ਆਪਣੇ ਕੋਲੇ ਹੈ, ਆਪਣੇ ਕੋਲ ਤਾਂ ਸਮੁੰਦਰ ਹੈ, ਬਾਕੀ ਸਾਰੀ ਦੁਨੀਆ ਕੋਲ ਰਲਾ ਕੇ ਵੀ ਇੱਕ ਬੂੰਦ ਨਹੀਂ ਬਣਦੀ। ਇੰਨੀ ਵੱਡੀ ਦਾਤ ਆਪਣੇ ਕੋਲ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ। ਪਰ ਕੀ ਹੈ ਵੀ ਸਾਡੀਆਂ ਅੱਖਾਂ 'ਚ ਘੱਟਾ ਹੀ ਪਾ ਛੱਡਦੇ ਅਗਲੇ, ਸਾਨੂੰ ਇੰਨਾ ਗੁੰਮਰਾਹ ਕਰ ਦਿੰਦੇ ਨੇ। ਇੱਥੇ ਕੀ ਆ, ਉੱਥੇ ਕੀ ਆ, ਗੁਰਦੁਆਰੇ ਤਾਂ ਜੀ ਲੋਕ ਕੜਾਹ ਹੀ ਖਾਣ ਜਾਂਦੇ, ਫਲਾਨਾ ਟਿਮਕਾ, ਉਹ ਕਿਉਂਕਿ ਆਪ ਹੀ ਕੜਾਹ ਖਾਂਦੇ ਰਹਿੰਦੇ ਆਪ, ਜਾਂ ਘਰੇ ਬੈਠੇ ਸ਼ਰਾਬ ਪੀ ਜਾਣਗੇ। ਗੁਰਦੁਆਰੇ ਕੀ ਹੈ ਜੀ? ਆ ਕਥਾ ਸੁਣਿਓ ਜਰਾ, ਹੁਣ ਕਿਤੇ ਲਾ ਕੇ ਨਾ ਰੇਡੀਓ ਚੰਗੀ ਤਰ੍ਹਾਂ ਲੰਘ ਲੈਣ ਦੋ ਹਲੇ 2-3 ਮਹੀਨੇ ਹੋਰ, ਫੇਰ ਦੇਖਿਓ ਗੁਰਦੁਆਰੇ ਕੀ ਹੈ। ਜੋ ਇੱਥੇ ਆ ਉਹ ਤਾਂ ਕਿਤੇ ਹੈ ਹੀ ਨਹੀਂ। ਲੱਭ ਕੇ ਤਾਂ ਦਿਖਾਓ ਜਰਾ, ਕਿਸੇ ਕੋਲ ਵੀ ਨਹੀਂ ਹੈਗਾ। ਉਹ ਜੋ ਗੁਰੂ ਨਾਨਕ ਸਾਹਿਬ ਨੇ ਉਹ ਕੌਣ ਨੇ? ਕੋਈ ਵੀ ਨਹੀਂ, ਕੱਲੇ ਗੁਰੂ ਨਾਨਕ ਹੀ ਨੇ ਬਸ। ਜੋ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਹੀ ਆ। ਜੋ ਅਕਾਲ ਪੁਰਖ ਦੇ ਬਰਾਬਰ ਕੌਣ ਜਾ ਸਕਦਾ ਹੋਰ? ਇਸ ਕਰਕੇ ਸਾਨੂੰ ਤਾਂ ਅਕਾਲ ਪੁਰਖ ਦੀ ਫੌਜ ਬਣਾਇਆ, ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ। ਚੰਗਾ ਭਲਾ ਸਾਹਮਣੇ ਦੀਂਦਾ ਵੀ 40 ਸਿੰਘਾਂ ਨੇ 20 ਲੱਖ ਦਾ ਮੁਕਾਬਲਾ ਕੀਤਾ। ਐਦੂ ਉੱਤੇ ਹੋਰ ਕੀ ਦਿਖਾਉਣਾ ਆਪਾਂ ਨੇ? 365 ਦਿਨ ਨੇ, ਸਾਲ ਦੇ 365 ਦਿਨ ਹੀ ਸ਼ਹੀਦੀਆਂ ਦੇ ਦਿੰਦੇ ਆਪਣੇ। ਐਦੂ ਉੱਤੇ ਕਿਹੜੀ ਕੌਮ ਐਡੀ ਸ਼ਹੀਦੀਆਂ ਦੇ ਲੂਗੀ ਹੋਰ? ਸਾਡੇ ਕੋਲ ਧੁਰ ਕੀ ਬਾਣੀ ਹੈ? ਕਿਸੇ ਕੋਲ ਹੈ ਧੁਰ ਕੀ ਬਾਣੀ? ਖੰਡੇ ਬੱਟ ਦਾ ਅੰਮ੍ਰਿਤ ਹੈ ਕਿਸੇ ਕੋਲ? ਸਾਡੇ ਕੋਲ ਐਡੀ ਵੱਡੀ ਰਹਿਤ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਕਾਲ ਪੁਰਖ ਕੀ ਫੌਜ। ਉਹ ਕਾਲ ਪੁਰਖ ਦੀ ਫੌਜ ਬਣਨਾ ਕਿਤੇ ਛੋਟੀ ਜੀ ਗੱਲ ਹੈ। ਇਸ ਕਰਕੇ ਮਹਾਰਾਜ ਨੇ ਦਿੱਤਾ ਤਾਂ ਬਹੁਤ ਕੁਛ ਹੈ, ਪਰ ਉਹ ਲੋਕ ਅਕਿਰਤ ਘਣ ਨੇ ਜਿਹੜੇ ਇਸ ਪਾਸੇ ਨੂੰ ਨਿੰਦੇ ਨੇ, ਜਾਂ ਇੱਧਰ ਨੂੰ ਆਉਂਦੇ ਨਹੀਂ, ਜਾਂ ਪਰੇ ਨੂੰ ਰਹਿੰਦੇ ਨੇ, ਜਾਂ 4 ਪੈਸੇ ਮਿਲ ਗਏ ਕਿਤੋਂ ਫਿਰ ਗੁਰੂ ਘਰਾਂ ਦੀ ਨਿੰਦਾ ਕਰਤੀ, ਫਿਰ ਦੋਖੀ ਬਣ ਗਏ ਗੁਰੂ ਘਰਾਂ ਦੇ, ਫਿਰ ਪੁੱਠੇ ਪਾਸੇ ਚੱਲ ਪਏ 4 ਛਿਲੜਾਂ ਪਿੱਛੇ। ਇਸ ਕਰਕੇ ਜੇ ਕੋਈ ਸਮਝੇ ਵੀ ਮੈਂ ਗੁਰੂ ਵਾਲਾ ਬਣਨਾ, ਮੈਂ ਆਪਣੇ ਜਨਮ ਨੂੰ ਸਫਲਾ ਕਰਨਾ, ਮੈਂ ਕਿਸੇ ਦੇ ਮਗਰ ਨਹੀਂ ਲੱਗਣਾ, ਮਨਮੁਖਾਂ ਦੇ ਕਿਰਤ ਘਾਣਾ ਦੇ ਮਗਰ ਨਹੀਂ ਲੱਗਣਾ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮਗਰ ਲੱਗਣਾ ਬਸ। ਆਪਾਂ 10ਵੇਂ ਪਾਤਸ਼ਾਹ ਦੇ ਪਿੱਛੇ, ਅਸੀਂ ਗੁਰੂ ਨਾਨਕ ਦੇ ਸਿੱਖ। ਜੇ ਆਪਣੀ ਅੰਦਰਲੀ ਜ਼ਮੀਰ ਨੂੰ ਜਗਾਈਏ, ਜਗਾ ਕੇ ਗੁਰੂ ਵਾਲੇ ਬਣੀਏ ਤਾਂ। ਜੇ ਅੰਦਰਲੀ ਜ਼ਮੀਰ ਸੁੱਤੀ ਹੈ ਪੈਸਿਆਂ ਵਾਸਤੇ ਦੋਖੀ ਬਣਨਾ ਗੁਰੂ ਘਰ ਦੇ, ਉਹਦਾ ਫਾਇਦਾ ਕੀ ਫਿਰ? ਇਸ ਕਰਕੇ
मता कोई मन के अंदर रखे कि असीं हौली हौली खालसे नूं खत्म कर देंगे, खालसा मुक जाएगा, ये जी रहने नहीं। ये तो रब चुप करके देख रहा तमाशा। इस करके ये ना कोई समझे कि रब चुप करके बैठा, किसी ने कुछ कहना नहीं, सतगुरु कहते नहीं। इस करके ये विचार कर लियो भी जिदन रब ने एक भी इशारा करता उदन सारा कुछ ही बदल देना उन्हें। इउं मन के अंदर अपने जरूर रखियो ख्याल कि अकाल पुरख नाल टक्कर ना लैनी, बस गुरु ग्रंथ साहिब नाल टक्कर नहीं लैनी, खालसे नाल नहीं टक्कर लैनी। सतगुरु महाराज किरपा करन, चढ़दी कला च रखण, आपां नूं नाम दी दात बख्शिश करन, शहीदां सिंघां नूं याद रखीए, कुर्बानियां याद रखीए, गुरां ने साडे लई जिन्नी मेहनत कीती है उहनूं याद रखीए, अपने इस खालसे कौम दे बाग नूं संभाल के रखीए, पनीरी नूं संभालीए अपनी नूं। सतगुरु चढ़दी कला करन, अपने बाग विच फुੱਲ टहकण, फल लगण अते अकाल अकाल जपदे अपने जीवन नूं सफला करिए। वाहेगुरु 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 सात्री छंद त्वै प्रसाद गोबिंदे मुकंदे उदारे अपारे गोबिंदे मुकंदे हरियं करियं निर्नामे अकामे हरियं करियं निर्नामे गोबिंदे मुकंदे उदारे अपारे गोबिंदे मुकंदे हरियं करियं निर्नामे अकामे हरियं करियं निर्नामे गोबिंदे मुकंदे उदारे अपारे गोबिंदे हरियं करियं निर्नामे अकामे हरियं करियं निर्नामे गोबिंदे मुकंदे उदारे अपारे गोबिंदे मुकंदे हरियं करियं निर्नामे अकामे हरियं करियं निर्नामे गोबिंदे मुकंदे उदारे अपारे गोबिंदे मुकंदे उदारे हरियं करियं निर्नामे अकामे हरियं करियं निर्नामे अकामे दुकालं परणासी दयालं दुकालं परणासी दयालं सदायंग संगे अपंगं विपूत सदायंग संगे अपंगं वाहिगुरु 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 वाहिगुरु
ਵਾਹਿਗੁਰੂ 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 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ 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 ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਸ੍ਰੀ ਗੁਰੂ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਜੀਤ ਕੌਰ ਜੀ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਗੁਰੂ ਕਾ ਖਾਲਸਾ ਧੰਨ ਗੁਰੂ ਕਾ ਖਾਲਸਾ ਧੰਨ ਗੁਰੂ ਕਾ ਖਾਲਸਾ ਧੰਨ ਗੁਰੂ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।